पहुंचे कैप्टन दी पटारी दे 5 अनमोल रतन। बेअदबी कांड नाल संबंधित पिंडां दा कीता दौरा। सुखबीर बादल दा नामकरण भी कीता गया, सुखबीर इंसा। चोण जाबता हटन तो बाद पिंड जवाहर सिंह वाला दे ग्रंथी नूं 5 लाख रुपए ਅਤੇ ਪੰਜਗਰਾਹੀ ਖੁਰਦ ਦੇ ਨੌਜਵਾਨ ਭੁਪਿੰਦਰ ਸਿੰਘ ਜਸਵਿੰਦਰ ਸਿੰਘ ਨੂੰ ਦਿੱਤਾ ਜਾਵੇਗਾ 15 ਲੱਖ ਰੁਪਏ ਦਾ ਮੁਆਵਜ਼ਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਰਗਾੜੀ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਮਿਸ਼ਨ ਕਾਇਮ ਕਰਨ ਦੇ ਫਰਜ਼ ਨੂੰ ਨਿਭਾਉਂਦੇ ਹੋਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ। बेअदबी कांड ਅਤੇ ਗੋਲੀ ਕਾਂਡ ਵਿੱਚ ਕਸੂਰਵਾਰ ਲੋਕਾਂ ਨੂੰ ਜਲਦੀ ਹੀ ਕਮਿਸ਼ਨ ਦੀ ਰਿਪੋਰਟ ਤੇ ਸਜ਼ਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸੁਨੀਲ ਜਾਖੜ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ ਆਦਿ ਮੰਤਰੀਆਂ ਅਤੇ ਵੱਡੀ ਗਿਣਤੀ ਵਿੱਚ ਵਿਧਾਇਕਾਂ ਨਾਲ ਬੇਅਦਬੀ ਕਾਂਡ ਨਾਲ ਸੰਬੰਧਿਤ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਜਿੱਥੇ ਉਸ ਸਮੇਂ ਪੁਲਿਸ ਵੱਲੋਂ ਹਾਕਮ ਧਿਰ ਦੀ ਸ਼ਹਿ ਤੇ ਬੇਕਸੂਰ ਲੋਕਾਂ ਤੇ ਅਣਮਨੁੱਖੀ ਤਸ਼ੱਦਦ ਢਾਇਆ ਗਿਆ ਸੀ। ਉਹਨਾਂ ਵੱਲੋਂ ਪੰਜਗਰਾਹੀ ਖੁਰਦ, ਬੁਰਜ ਜਵਾਹਰ ਸਿੰਘ ਵਾਲਾ ਅਤੇ ਬਾਈਬਲ ਕਲਾਂ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਵੱਡੇ ਜਨਤਕ ਇਕੱਠ ਨੂੰ ਸੰਬੋਧਿਤ ਕੀਤਾ ਗਿਆ। ਪੰਜਾਬ ਵਿੱਚ ਚੋਣ ਜਾਬਤਾ ਖਤਮ ਹੋਣ ਮਗਰੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗ੍ਰੰਥੀ ਨੂੰ 5 ਲੱਖ ਰੁਪਏ ਅਤੇ ਪਿੰਡ ਪੰਜਗਰਾਹੀ ਖੁਰਦ ਨਾਲ ਸੰਬੰਧਿਤ ਤਸ਼ੱਦਦ ਦਾ ਸ਼ਿਕਾਰ 2 ਨੌਜਵਾਨਾਂ ਨੂੰ 15 ਲੱਖ ਰੁਪਏ ਅਤੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਾਲ 2015 ਵਿੱਚ ਵਾਪਰੇ ਦੁਖਦਾਈ ਬੇਅਦਬੀ ਕਾਂਡ 'ਚ ਉਸ ਸਮੇਂ ਦੀ ਬਾਦਲ ਸਰਕਾਰ ਨੇ ਸਮਝੀ ਨਹੀਂ ਵਰਤੀ ਅਤੇ ਦੋਸ਼ੀਆਂ ਦਾ ਪਤਾ ਲੱਗ ਜਾਣ ਦੇ ਬਾਵਜੂਦ ਵੀ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਲੈਕਸ਼ਨ ਦੇ ਦੌਰਾਨ ਜੋ ਮੰਦਭਾਗੀ ਘਟਨਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਚਾਲੂ ਹੋਈ ਤੇ ਜਿਹਦੇ ਵਿੱਚ ਪੰਜਾਬੀਆਂ ਨੂੰ ਸ਼ਹੀਦ ਹੋਣਾ ਪਿਆ, ਬਾਈਬਲ ਕਲਾਂ ਦੇ ਅੰਦਰ ਗੋਲੀਆਂ ਚੱਲੀਆਂ, ਕੋਟਕਪੂਰੇ ਵੀ, ਤੇ ਸੈਂਕੜਾਂ ਪੰਜਾਬੀਆਂ ਦੇ ਉੱਤੇ ਤਸ਼ੱਦਦ ਟਾਰਚਰ ਕਰਕੇ ਇੰਟਰੋਗੇਟ ਕੀਤਾ ਗਿਆ। ਲੋਕਾਂ ਦੇ ਦਿਲਾਂ ਦੇ ਅੰਦਰ ਇੱਕ ਬਹੁਤ ਵੱਡਾ ਵਲਵਲਾ ਸੀਗਾ ਤੇ ਉਹਦੇ ਤੇ ਮੱਲਮ ਲਾਉਣ ਵਾਸਤੇ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਸੀ ਉਹਨਾਂ ਵਾਸਤੇ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਸੀ। ਉਹਨਾਂ ਨੂੰ ਪਕੜ ਕੇ ਸਜ਼ਾ ਦਿਵਾਉਣ ਦੀ ਜਿਹੜੀ ਕੈਪਟਨ ਸਾਹਿਬ ਨੇ ਗੱਲ ਕੀਤੀ ਸੀ ਉਹਨੂੰ ਲੈ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨਾ ਸਿਰਫ ਬਣਿਆ ਬਲਕਿ ਉਹਨੇ ਰਿਪੋਰਟ ਆਪਣੀ ਇਸ ਕਮਿਸ਼ਨ ਨੇ ਪੇਸ਼ ਕੀਤੀ ਤੇ ਕੈਪਟਨ ਸਾਹਿਬ ਨੇ ਉਹਨੂੰ ਪਬਲਿਕ ਡੋਮੇਨ 'ਚ ਰੱਖ ਕੇ ਵਿਧਾਨ ਸਭਾ ਦੇ ਉੱਤੇ ਉਹਦੇ 'ਚ ਬਹਿਸ ਕਰਵਾਈ। ਉਸ ਬਹਿਸ ਦੇ ਅੰਦਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਜੋ ਲੋਕ ਭਗੌੜੇ ਸੀਗੇ, ਜੋ ਕੌਮ ਦੇ ਤੇ ਪੰਜਾਬ ਦੇ ਗੱਦਾਰ ਸੀਗੇ, ਉਹਨਾਂ ਲੋਕਾਂ ਦੇ ਜਦੋਂ ਪਰਦਾਫਾਸ਼ ਹੋ ਗਿਆ, ਅੱਜ ਉਸ ਵਾਅਦੇ ਨੂੰ ਲੈ ਕੇ ਪੰਜਾਬ ਕੈਬਨਿਟ ਦੇ ਸਾਰੇ ਸੀਨੀਅਰ ਮੈਂਬਰ ਸਾਹਿਬਾਨ, ਸਾਡੇ ਸਾਰੇ ਆਨਰੇਬਲ ਮੰਤਰੀ ਸਾਹਿਬਾਨ, ਐਮਐਲਏ ਸਾਹਿਬਾਨ, ਉਹਨਾਂ ਪਰਿਵਾਰਾਂ ਕੋਲ ਅੱਜ ਜਾ ਕੇ ਆਏ ਆ ਜਿਨ੍ਹਾਂ ਨੂੰ ਟਾਰਚਰ ਕੀਤਾ ਗਿਆ। ਉਸ ਬੁਰਜ ਜਵਾਹਰ ਸਿੰਘ ਵਾਲੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਆਏ ਆ ਤੇ ਬਾਈਬਲ ਕਲਾਂ ਉਸ ਪਿੰਡ ਦੇ ਅੰਦਰ ਜਿੱਥੇ ਸ਼ਹੀਦ ਹੋਏ ਉਹਨਾਂ ਦੇ ਯਾਦ ਦੇ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਵਿਚਾਰ ਸਾਂਝੇ ਕਰਕੇ ਆਏ। ਉਹਨਾਂ ਕਿਹਾ ਕਿ ਅਕਤੂਬਰ 2015 ਵਿੱਚ ਕੋਟਕਪੂਰਾ ਅਤੇ ਬਾਈਬਲ ਕਲਾਂ ਵਿੱਚ ਸ਼ਾਂਤੀਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਲੋਕਾਂ ਤੇ ਪੁਲਿਸ ਨੇ ਅੰਨ੍ਹੇਵਾਹ ਤਸ਼ੱਦਦ ਕੀਤਾ, ਗੋਲੀਆਂ ਚਲਾਈਆਂ ਜਿਨ੍ਹਾਂ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਕਾਇਮ ਕੀਤੇ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸਾਫ਼ ਲਿਖਿਆ ਹੈ ਕਿ ਉਸ ਸਮੇਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਡੀਜੀਪੀ ਸਮੇਤ ਉੱਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਵੀ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਬਾਰੇ ਪੂਰੀ ਜਾਣਕਾਰੀ ਸੀ। ਪੁਲਿਸ ਨੇ ਹਾਕਮ ਧਿਰ ਦੇ ਕਹਿਣ ਤੇ ਹੀ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਸਨ। ਇੱਕ ਪਾਸੇ ਸਰਕਾਰ ਹੈ ਜਿਹੜੀ ਆਪਣੇ ਵਾਅਦੇ ਦੇ ਉੱਤੇ ਕਾਇਮ ਖੜੀ ਹੈ ਤੇ ਉਹ ਲੋਕ ਜੋ ਆਪਣੇ ਆਪ ਨੂੰ ਪੰਥ ਦੇ ਰਖਵਾਲੇ, ਪੰਥ ਰਤਨ ਕਹਾਉਂਦੇ ਸੀਗੇ, ਉਹਨਾਂ ਲੋਕਾਂ ਨੇ ਜੋ ਤਸ਼ੱਦਦ ਕੀਤੀ ਆਪਣੀ ਸਾਜ਼ਿਸ਼ ਦੇ ਤਹਿਤ, ਕਿਹੜੇ ਕਾਰਨਾਂ ਨਾਲ ਸਾਰਾ ਕੁਝ ਸਾਜ਼ਿਸ਼ ਰਚੀ ਗਈ, ਉਹਦੇ ਬਾਵਜੂਦ ਅੱਜ ਉੱਥੇ ਬਾਈਬਲ ਕਲਾਂ ਕਾਂਡ ਦੇ ਅੰਦਰ ਮੈਂ ਸਾਰੇ ਪੰਜਾਬੀਆਂ ਦਾ, ਖਾਸ ਤੌਰ ਤੇ ਬਾਈਬਲ ਕਲਾਂ ਪਿੰਡ ਦੇ, ਇਸ ਇਲਾਕੇ ਦੇ ਤੇ ਸਾਰੇ ਪੰਜਾਬ ਦੇ ਅੰਦਰ ਉਹਨਾਂ ਲੋਕਾਂ ਦਾ ਧੰਨਵਾਦ
ਕਾਂਗਰਸ ਪਾਰਟੀ ਕੰਨਿਓ, ਪੰਜਾਬ ਕੰਨਿਓ ਤੇ ਦੇਸ਼ ਕੰਨਿਓ ਉਹਨਾਂ ਸਾਰਿਆਂ ਪੰਜਾਬੀਆਂ ਦਾ ਧੰਨਵਾਦ ਕਰਕੇ ਆਏ ਜਿਨ੍ਹਾਂ ਨੇ ਇੰਨੀ ਗਹਿਰੀ ਸਾਜ਼ਿਸ਼, ਜਿੱਥੇ ਆਪਸ 'ਚ ਪਿਆਰ ਭਾਈਚਾਰੇ ਦੇ ਵਿੱਚ ਵੰਡ ਪਾਉਣ ਨੂੰ ਭਾਈ ਦੇ ਨਾਲ, ਧਰਮ ਨੂੰ ਧਰਮ ਦੇ ਨਾਲ, ਹਿੰਦੂ ਨੂੰ ਸਿੱਖ ਦੇ ਨਾਲ, ਜਾਂ ਦੂਜੇ ਮਜ਼ਹਬਾਂ ਨੂੰ ਜਾਂ ਸਮਾਜ ਨੂੰ, ਕਿਸੇ ਸਮਾਜ ਦੇ ਅਨੁਯਾਈ ਨੂੰ ਦੂਜਿਆਂ ਨਾਲ ਲੜਾਉਣ ਵਾਸਤੇ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਤਾ। ਤੇ ਪੰਜਾਬ ਦੇ ਅੰਦਰ ਗੋਲੀਆਂ ਚੱਲੀਆਂ, ਤਸ਼ੱਦਦ ਹੋਈਆਂ, ਬੇਅਦਬੀ ਦੀ ਘਟਨਾ, ਉਹਦੇ ਬਾਵਜੂਦ ਪਿਆਰ ਇੱਥੇ ਬਣਾਇਆ ਰੱਖਿਆ। ਉਹਦੇ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ ਤੇ ਧੰਨਵਾਦ ਕਰਦਾ ਮੈਂ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਇਸ ਰਣਜੀਤ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਅੰਦਰ ਇਰਰਿਸਪੈਕਟਿਵ, ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਸੀ, ਕਿਸੇ ਧਰਮ ਨਾਲ ਸੰਬੰਧਿਤ ਸੀ, ਈਵਨ ਜਿਹੜੇ ਇਹ ਲੋਕ ਆਪਣੇ ਆਪ ਨੂੰ ਪੰਥ ਦੇ ਰਖਵਾਲੇ ਕਹਿੰਦੇ ਹੈ, ਅਕਾਲੀ ਪਾਰਟੀ ਜਿਹੜੀ ਇਹਨਾਂ ਦੇ ਜਿਹੜੇ ਭਾਈਵਾਲ ਹੈ, ਬੀਜੇਪੀ ਨੇ ਵੀ ਕਿਹਾ ਵੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਪਾਪ ਦੇ ਵਿੱਚ। ਤੇ ਅਸੀਂ ਉਸ ਕਦਮ ਨੂੰ ਲੈ ਕੇ ਕੈਪਟਨ ਸਾਹਿਬ ਦੀ ਸ਼ਲਾਘਾ ਕਰਦੇ ਹਾਂ ਕਿ ਉਹਨਾਂ ਨੇ ਕੰਮ ਕੀਤਾ ਹੈ। ਜਾਖੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਧਾਰਮਿਕ ਸੰਸਥਾਵਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ ਏ। ਉੱਥੇ ਜਵਾਰ ਸਿੰਘ ਵਾਲਾ ਦੇ ਅੰਦਰ ਜਿਹੜੇ ਗ੍ਰੰਥੀ ਹੈ ਗੋਰਾ ਸਿੰਘ ਜੀ, ਉਹਨਾਂ ਦੇ ਉੱਤੇ ਵੀ ਅਤਿਆਚਾਰ ਹੋਇਆ। ਉਹਨਾਂ ਨੂੰ ਸਰਕਾਰ ਨੇ ਆਰਥਿਕ ਮਦਦ ਦੇਣ ਦੀ ਕੋਡ ਆਫ ਕੰਡਕਟ ਲੱਗਿਆ, ਪਰ ਆ ਜਿਹੜਾ ਐਸਾ ਮਸਲਾ ਇਹਦੇ ਵਿੱਚ ਮੈਂ ਸਮਝਦਾ ਵੀ ਕਿਸੇ ਨੂੰ ਅਗਰ ਹੋਊਗੀ ਤਾਂ ਇਹਨਾਂ ਪੰਥ ਦੇ ਰਖਵਾਲੇ ਜਿਹੜੇ ਸੋ ਕਾਲਡ ਪੰਥ ਰਤਨ ਇਹਨਾਂ ਨੂੰ ਹੋਊਗੀ 5 ਲੱਖ ਰੁਪਏ ਉਹਨਾਂ ਦੇ ਪਰਿਵਾਰ ਨੂੰ ਜਿੱਦਣ ਆ ਕੋਡ ਆਫ ਕੰਡਕਟ ਖਤਮ ਹੋ ਜਾਂਦਾ ਉਹਨਾਂ ਨੂੰ ਦਿੱਤੇ ਜਾਣਗੇ। ਤੇ ਜਿਹੜੇ ਸਾਥੀ ਇੱਥੇ ਖੜੇ ਆ, ਰੁਪਿੰਦਰ ਜੀ ਖੜੇ ਆ, ਜਸਵਿੰਦਰ ਜੀ ਇਹਨਾਂ ਦੇ ਭਰਾ ਤੇ ਇਹਨਾਂ ਦੇ ਫਾਦਰ ਦਰਸ਼ਨ ਸਿੰਘ ਜੀ ਖੜੇ ਆ, ਇਹਨਾਂ ਦੋਨਾਂ ਬੱਚਿਆਂ ਨੂੰ ਜਦੋਂ ਉਸ ਮਸਲੇ ਦੇ ਅੰਦਰ ਝੂਠਾ ਫਸਾਇਆ ਗਿਆ, ਜਿਸ ਪ੍ਰੈਸ ਕਾਨਫਰੰਸ ਜਦੋਂ ਇਹਨਾਂ ਨੂੰ ਫੜਿਆ ਗਿਆ, ਉਸ ਪ੍ਰੈਸ ਕਾਨਫਰੰਸ ਕਰਨ ਵਾਸਤੇ ਉਸ ਟਾਈਮ ਦੇ ਡਿਪਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸਰਦਾਰ ਸੁਖਬੀਰ ਸਿੰਘ ਜੀ ਇਨਸਾ ਨੇ ਜਾ ਕੇ ਪੁਲਿਸ ਹੈੱਡਕੁਆਰਟਰ ਦੇ ਅੰਦਰ ਪ੍ਰੈਸ ਕਾਨਫਰੰਸ ਕੀਤੀ ਤੇ ਇਹਨਾਂ ਨੂੰ ਟੌਰਚਰ ਕਰਵਾਇਆ। ਇੱਕ ਬੱਚੇ ਦੇ ਪਿੱਠ ਦੇ ਵਿੱਚ ਅਜੇ ਵੀ ਉਹ ਚੱਲ ਨਹੀਂ ਸਕਦਾ, ਇਸ ਕਰਕੇ ਇਸ ਪਰਿਵਾਰ ਨੂੰ ਇਹਨਾਂ ਦੀ ਮੈਡੀਕਲ ਐਕਸਪੈਂਸਿਸ, ਇਹਨਾਂ ਦੇ ਇਲਾਜ ਵਾਸਤੇ 15 ਲੱਖ ਰੁਪਏ ਕੈਪਟਨ ਸਾਹਿਬ ਨੇ ਜਿਸ ਦਿਨ ਕੋਡ ਆਫ ਕੰਡਕਟ ਹੋ ਜਾਂਦਾ ਇਹਨਾਂ ਨੂੰ ਇਲਾਜ ਕਰਵਾਉਣ ਦੇ, ਹੋਰ ਵੀ ਅਗਰ ਖਰਚਾ ਹੋਗਾ ਇਲਾਜ ਦਾ ਉਹ ਵੀ ਦੇਣ ਦਾ ਵਾਅਦਾ ਕੀਤਾ ਹੈ। ਤੇ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੋਨਾਂ ਬੱਚਿਆਂ ਨੂੰ, ਕਿਉਂਕਿ ਇਹ ਦੋਨੋਂ ਬੱਚੇ ਇਸ ਉਮਰ ਦੇ ਵਿੱਚ ਹੈ ਜਿਨ੍ਹਾਂ ਦੇ ਜਿਸ ਕਿਸਮ ਦੀ ਤਸ਼ੱਦਦ ਆਈ ਗਈ ਹੈ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਉਹਦੇ ਬਾਵਜੂਦ ਇਹਨਾਂ ਬੱਚਿਆਂ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਹੈ, ਇਹਨਾਂ ਨੂੰ ਕਿਤੇ ਨਾ ਕਿਤੇ ਬਣਦਾ, ਇਹਨਾਂ ਨੂੰ ਰੁਜ਼ਗਾਰ ਨੌਕਰੀ ਦੇਣ ਦਾ ਵੀ ਮੈਂ ਕੈਪਟਨ ਸਾਹਿਬ ਕੋਲੋਂ ਇਹਨਾਂ ਨੂੰ ਆਸ਼ਵਾਸਨ ਦਵਾਉਣਾ ਜਦੋਂ ਕੋਡ ਆਫ ਕੰਡਕਟ ਖਤਮ ਹੋ ਜਾਂਦਾ ਉਹਦੇ ਬਾਅਦ ਵੀ ਕੀਤਾ ਜਾਊਗਾ। ਇੱਥੇ ਜਦੋਂ ਗੱਲ ਆ ਜਾਂਦੀ ਹੈ, ਉੱਥੇ ਇੱਕ ਜਿਹੜਾ ਸਵਾਲ ਲੋਕਾਂ ਨੇ ਖਾਸ ਤੌਰ ਤੇ ਰੁਪਿੰਦਰ ਸਿੰਘ ਨੇ ਪੁੱਛਿਆ ਸੀਗਾ ਵੀ ਸਾਡੇ ਉੱਤੇ ਹੀ, ਸਾਡੇ ਗੁਰਸਿੱਖਾਂ ਦੇ ਉੱਤੇ ਅਤਿਆਚਾਰ ਕਿਉਂ ਹੋਇਆ। ਮੈਂ ਇਸ ਕਰਕੇ ਇਹ ਗੱਲ ਕੀਤੀ ਹੈ, ਜਦੋਂ ਮੈਂ ਸੁਖਬੀਰ ਜੀ ਨੂੰ, ਬੜੇ ਸਤਿਕਾਰਯੋਗ ਹੈ ਉਹਨਾਂ ਨੂੰ, ਸੁਖਬੀਰ ਸਿੰਘ ਇਨਸਾ, ਜਦੋਂ ਮੈਂ ਕਿਹਾ ਕਿਸੇ ਖਾਸ ਕਾਰਨ ਕਰਕੇ ਕਿਹਾ, ਸਭ ਤੋਂ ਵੱਡੀ ਗੱਲ ਪਹਿਲਾਂ ਇੱਥੇ ਹੋਇਆ ਹੀ ਕਿਉਂ, ਕਾਂਡ ਕਿਉਂ ਹੋਇਆ। ਇਹ ਕਾਂਡ ਇਸ ਕਰਕੇ ਹੈ ਜਿਸ ਕਾਰਨ ਅੱਜ ਸਰਦਾਰ ਸੁਖਬੀਰ ਸਿੰਘ ਜੀ ਇਨਸਾ ਫਰੀਦਕੋਟ ਆਏ ਹੋਏ ਸੀਗੇ। ਕਈ ਲੋਕਾਂ ਦਾ ਮੰਨਣਾ ਸੀਗਾ ਵੀ ਇੱਥੇ ਰਾਜਨੀਤਿਕ ਕਾਰਨਾਂ ਕਰਕੇ ਆਏ ਹੈ, ਵੀ ਇਹਨਾਂ ਦੇ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਹੈ ਖੜੇ ਨਹੀਂ ਸੀ, ਉਰੇ ਭੱਜ ਰਹੇ ਹੈ। ਮੇਰਾ ਮੰਨਣਾ ਹੈ ਸਰਦਾਰ ਸੁਖਬੀਰ ਸਿੰਘ ਜੀ ਇਨਸਾ ਇੱਥੇ ਆਏ ਸੀਗੇ ਘਮੰਡ ਕਰਕੇ, ਅਹੰਕਾਰ ਕਰਕੇ। ਮੈਂ ਕਹਿੰਦਾ ਪੰਜਾਬ ਦੇ ਲੋਕਾਂ ਦਾ ਜਿਹੜਾ ਗੁੱਸਾ ਉਹਨੂੰ ਟਿੱਚ ਜਾਣਦਾ। ਮੇਰਾ ਅਗਰ ਕੁਝ ਵਿਗਾੜ ਸਕਦੇ ਆ ਪੰਜਾਬ ਦੇ ਲੋਕ ਤਾਂ ਮੈਂ ਇੱਥੇ ਖੜਾ, ਅਦਰਵਾਈਜ਼ ਉਹਨਾਂ ਦਾ ਇੱਥੇ ਆਉਣ ਦਾ ਕੋਈ ਕਾਰਨ ਹੈ ਨਹੀਂ ਸੀਗਾ। ਅੱਜ ਅਗਰ ਆਂਦੇ, ਮੈਂ ਸਮਝਦਾ ਅਗਰ ਵਾਕਈ ਉਸ ਪੰਥਕ ਪਾਰਟੀ ਦੇ ਪ੍ਰਧਾਨ ਹੈਗੇ, ਜਿਸ ਪਾਰਟੀ ਦੇ ਪ੍ਰਧਾਨ ਦੇ ਸੀ, ਸਭ ਤੋਂ ਪਹਿਲਾਂ ਫਰਜ਼ ਉਹਨਾਂ ਦਾ ਬਣਦਾ ਸੀ ਇਸ ਪਰਿਵਾਰ ਕੋਲ ਜਾ ਕੇ ਮਾਫੀ ਮੰਗਣ ਦਾ, ਇਹਨਾਂ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਜੀ ਤੋਂ, ਇਹਨਾਂ ਦੇ ਭਰਾ ਜਸਵਿੰਦਰ ਸਿੰਘ ਜੀ ਤੋਂ, ਰੁਪਿੰਦਰ ਸਿੰਘ ਜੀ ਤੋਂ ਮਾਫੀ ਮੰਗਣ ਦੀ ਬਜਾਏ ਜਿਹੜੇ ਇੱਥੇ ਆ ਕੇ ਰਾਜਨੀਤਿਕ ਡਰਾਮਾ ਕਰਕੇ ਗਏ ਹੈ, ਮੈਂ ਸਮਝਦਾ ਪੰਜਾਬ ਦੇ ਲੋਕ ਉਹਨਾਂ ਗੱਲਾਂ ਨੂੰ ਕਦੇ ਮਾਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੇ ਕਹਿਣ ਤੇ ਹੀ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿੱਤੀ ਗਈ ਸੀ। ਡੇਰਾ ਸਿਰਸਾ ਦੀ ਫਿਲਮ ਪੰਜਾਬ ਵਿੱਚ ਚਲਾਉਣ ਲਈ ਅਜਿਹਾ ਵਰਤਾਵਾ ਕੀਤਾ ਗਿਆ ਸੀ ਕਿਉਂਕਿ ਉਸ ਸਮੇਂ ਫਿਲਮ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਹਿੱਸਾ ਸੀ। ਉਹਨਾਂ ਦੋਸ਼ ਲਾਏ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਕੀਤਾ। ਟੋਟਲ 123 ਗੱਡੀਆਂ ਰੋਕੀਆਂ ਗਈਆਂ ਉਹਨਾਂ ਦਿਨਾਂ ਦੇ ਅੰਦਰ, ਪਰ ਕਿਤੇ ਵੀ ਰਾਤ ਨੂੰ 2 ਵਜੇ ਮੁੱਖ ਮੰਤਰੀ ਸਾਹਿਬ ਨੂੰ ਕਿਤੇ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਪਈ ਕਿਉਂਕਿ ਅਮਨ ਸ਼ਾਂਤੀ ਸੀ, ਆਪਣਾ ਧਰਨਾ ਸ਼ਾਂਤੀਪੂਰਵਕ ਚੱਲ ਰਿਹਾ ਸੀ। ਫਿਰ ਇਹ ਜੀ ਕੀ ਕਾਰਨ ਸੀਗਾ? ਉਹ ਕਾਰਨ ਸੀਗਾ
ਜਦੋਂ ਮੈਂ ਸਰਦਾਰ ਸੁਖਬੀਰ ਸਿੰਘ ਜੀ ਨੂੰ ਇਨਸਾਨ ਕਹਿਣਾ, ਉਹ ਅਕਾਲੀ ਤੋਂ ਇਨਸਾਨ ਕਦੋਂ ਹੋਏ? ਉਹ ਇਸ ਕਰਕੇ ਹੋਏ ਕਿਉਂਕਿ ਉਹਨਾਂ ਦਾ ਉਸ ਫਿਲਮ ਦੇ ਅੰਦਰ ਜਿਹੜੀ 18 ਤਰੀਕ ਨੂੰ ਰਿਲੀਜ਼ ਹੋਈ ਸੀਗੀ ਸਰਸੇ ਵਾਲਿਆਂ ਦੀ, ਉਹਦੇ ਅੰਦਰ ਉਹਨਾਂ ਦੇ ਫਾਈਨੈਂਸ਼ੀਅਲ ਇੰਟਰਸਟ ਸੀਗੇ। ਲੋਕਾਂ ਦਾ ਮੰਨਣਾ ਹੈ ਵੀ ਰਾਜਨੀਤਿਕ ਤੌਰ ਤੇ ਕੀਤੇ ਗਏ, ਮੇਰਾ ਮੰਨਣਾ ਉਹਨਾਂ ਨੇ ਪੈਸੇ ਕਰਕੇ ਕੀਤੇ। 100 ਕਰੋੜ ਉਹਦੇ ਵਿੱਚ ਮੇਰਾ ਮੰਨਣਾ ਹੋ ਸਕਦਾ ਉਸ ਤੋਂ ਵੀ ਫਾਲਤੂ ਹੋਏ। ਜਲਾਲ ਸਾਹਿਬ ਦਾ ਜਿਹੜਾ ਬਿਆਨ ਸੀਗਾ 100 ਕਰੋੜ ਰੁਪਏ ਲੈਣ, ਕਿਉਂਕਿ 300 ਕਰੋੜ ਰੁਪਏ ਦਾ ਉਹਨੇ ਬਿਜ਼ਨਸ ਕਰਨਾ ਸੀਗਾ, ਉਸ 'ਚ 100 ਉਹਨਾਂ ਦਾ ਜਿਹੜਾ ਨਾਰਮਲ ਪੈਮਾਨਾ ਸੀਗਾ ਜੋ ਵੀ ਇੱਥੇ ਬਿਜ਼ਨਸ ਕਰਦਾ ਸੀ ਉਹਦੇ 'ਚ 50% ਰੱਖਦੇ ਸੀ। ਮੇਰਾ ਮੰਨਣਾ 150 ਕਰੋੜ ਰੁਪਈਆ, ਪਰੰਤੂ ਜੋ ਵੀ ਲਿਆ ਦਿਆ ਪੈਸੇ ਕਰਕੇ ਉਹਨਾਂ ਨੇ ਸੌਦਾ ਕੀਤਾ। ਤਾਰੀਖ ਜਿਹੜੀ ਹੈ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਦੱਸਣਾ ਚਾਹੁੰਦਾ, 24 ਸਤੰਬਰ 2015 ਨੂੰ ਮਾਫੀ ਦਿੱਤੀ ਗਈ ਸਰਸੇ ਡੇਰੇ ਵਾਲੇ ਮੁਖੀ ਨੂੰ। 24 ਸਤੰਬਰ ਵੀਰਵਾਰ ਸੀਗਾ। ਮੱਕੜ ਸਾਹਿਬ ਜਦੋਂ ਉਹਦੇ ਡੀਜੀ ਐਸਜੀਪੀਸੀ ਦੇ ਪ੍ਰਧਾਨ ਸੀਗੇ, ਉਹਨਾਂ ਦਾ ਕਹਿਣਾ ਹੈ ਵੀ ਮੈਨੂੰ 24 ਤਰੀਕ ਨੂੰ ਸਵੇਰ ਸੁਖਬੀਰ ਜੀ ਨੇ ਦੱਸਿਆ ਤੇ ਮੈਂ ਉਹਨਾਂ ਨੂੰ ਰੋਕਿਆ ਵੀ ਆਹ ਕੰਮ ਨਾ ਕਰੋ, ਸਲਾਹ ਕਰ ਲਓ, 2-4 ਦਿਨ ਰੋਕੋ। ਪਰ ਉਸੇ ਦਿਨ ਦੁਪਹਿਰ ਨੂੰ ਉਹਨਾਂ ਨੇ ਮਾਫੀਨਾਮਾ ਕਰਵਾਤਾ। ਇਸ ਕਰਕੇ ਕਰਾਤਾ ਕਿਉਂਕਿ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੀ ਹੈ। ਨਾਨਕਸ਼ਾਹੀ ਕੈਲੰਡਰ ਜਾਂ ਕੋਈ ਹੋਰ ਕੈਲੰਡਰ ਦੇ ਝਗੜੇ ਦਾ ਅਗਰ ਪੰਥਕ ਪਾਰਟੀ ਦੇ ਨੇਤਾ ਗੱਲ ਕਰਨ ਤਾਂ ਸਮਝ 'ਚ ਆਉਂਦੀ ਹੈ। ਰੌਲਾ ਬਾਲੀਵੁੱਡ ਦੇ ਕੈਲੰਡਰ ਨੂੰ ਲੈ ਕੇ ਸੀਗਾ, ਕਿਉਂਕਿ ਅਗਰ ਫਿਲਮ ਵੀ ਸ਼ੁੱਕਰਵਾਰ ਨੂੰ ਨਾ ਰਿਲੀਜ਼ ਹੁੰਦੀ ਤੇ ਇੱਕ ਹਫ਼ਤਾ ਖਰਾਬ ਹੋ ਜਾਣਾ ਸੀ। ਉਸ ਹਫ਼ਤੇ ਦੇ ਅੰਦਰ ਰਿਕਾਰਡ ਕਢਾ ਕੇ ਦੇਖੋ, ਉਸ ਫਿਲਮ ਨੇ 104 ਕਰੋੜ ਰੁਪਏ ਦਾ ਬਿਜ਼ਨਸ ਕੀਤਾ। ਉਹਨੂੰ ਸੁਰੱਖਿਅਤ ਰੱਖਣ ਵਾਸਤੇ ਸਰਦਾਰ ਸੁਖਬੀਰ ਸਿੰਘ ਜੀ ਇਨਸਾਨ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਅੱਗ ਲਾਈ। ਜਿੱਥੇ ਕੋਈ ਝਗੜਾ ਨਹੀਂ ਸੀ ਉੱਥੇ ਉਸ ਅਹੰਕਾਰ ਦੇ ਅੰਦਰ, ਬਾਈਬਲ ਕਲਾਂ ਕਾਂਡ ਦੇ ਅੰਦਰ ਉਸ ਸੁਖਬੀਰ ਸਿੰਘ ਬਾਦਲ ਜੀ ਨੂੰ ਜਵਾਬ ਦੇਣਾ ਪਊਗਾ, ਚਾਹੇ ਆ ਕੇ ਫਰੀਦਕੋਟ ਬੜਕਾ ਮਾਰ ਕੇ ਜਾਂਦੇ ਰਹਿਣ, ਚਾਹੇ ਹੋਰ ਜਾ ਕੇ ਬੜਕਾ ਮਾਰ ਦੇਣ, ਜਵਾਬ ਤੋਂ ਨਹੀਂ ਭੱਜ ਸਕਦੇ। ਜਿਵੇਂ ਫਿਲਮ ਆਈ ਸੀ ਕਿ ਭਾਗ ਮਿਲਖਾ ਭਾਗ, ਸੁਖਬੀਰ ਜੀ ਭੱਜ ਨਹੀਂ ਸਕਦੇ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਛੋਟਾ, ਉਹ ਉਹਨਾਂ ਨੂੰ ਮੁਬਾਰਕ ਹੋਏ ਕਿਸੇ ਨੂੰ ਸੁਨੀਲ ਨੂੰ ਛੋਟਾ ਨਾਂ ਲੈ ਕੇ ਬੋਲਣ, ਪਰ ਤੁਹਾਨੂੰ ਪਤਾ ਹੈ ਵੀ ਭਾਗ ਕਿੱਥੇ ਤਾਈਂ ਭੱਜਦੇ ਆ, ਲੋਕ ਦੇਖਣਗੇ, ਭੱਜਣਾ ਪਊਗਾ ਪਰ ਜਵਾਬ ਦੇਣਾ ਪਊਗਾ। ਉਹ ਸੁਖਬੀਰ ਸਿੰਘ ਇਨਸਾਨ ਜਿਹੜੇ ਕਹਿੰਦੇ ਸੀਗੇ 10 ਸਾਲ ਦੇ ਅੰਦਰ ਸਰਦਾਰ ਸੁਖਬੀਰ ਸਿੰਘ ਦਾ ਐਡਾ ਕੰਟਰੋਲ ਹੈ ਐਡਮਿਨਿਸਟ੍ਰੇਸ਼ਨ ਦੇ ਅੰਦਰ, ਪੰਜਾਬ ਦੇ ਅੰਦਰ, ਅਗਰ ਚਿੜੀ ਵੀ ਫੰਗ ਮਾਰਦੀ ਹੈ ਤਾਂ ਉਹਨਾਂ ਤੋਂ ਪੁੱਛ ਕੇ ਮਾਰਦੀ ਹੈ, ਉੱਥੇ ਫਿਰ ਗੋਲੀ ਕਿਵੇਂ ਚੱਲੀ? ਕਿਸ ਤਰ੍ਹਾਂ ਸੁਖਬੀਰ ਜੀ ਉਸ ਜ਼ਿੰਮੇਵਾਰੀ ਤੋਂ ਭੱਜ ਸਕਦੇ ਹੈ? ਉਸ ਦਿਨ ਰਾਤ ਨੂੰ ਜਿਹੜੀ ਗੱਲ ਹੋਈ ਹੈ, ਚਾਹੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜ਼ਿੰਮੇਵਾਰੀ ਆਪਣੇ ਤੇ ਲੈਣ ਜਾਂ ਡੀਜੀਪੀ ਦੇ ਪਾਣ, ਮੇਰਾ ਮੰਨਣਾ ਹੈ ਉਸ ਦਿਨ ਸਰਦਾਰ ਸੁਖਬੀਰ ਸਿੰਘ ਜੀ ਇਨਸਾਨ ਨੇ ਡੀਜੀਪੀ ਨੂੰ ਕਿਹਾ, ਜਿਹੜੇ ਅੱਜ ਕੱਲ੍ਹ ਇਹਨਾਂ ਦਾ ਮੋਟਾ ਠੋਕੋ ਉਹਨਾਂ ਨੂੰ, ਦੈਟ ਵਾਸ ਦਾ ਆਰਡਰ ਗਿਵਨ, ਉਹਨਾਂ ਨੂੰ ਠੋਕੋ ਉੱਥੋਂ, ਮੇਰੇ ਬਿਜ਼ਨਸ ਦੇ ਵਿੱਚ ਵੱਧ ਉਸ 'ਚ ਦਖਲ ਪੈ ਰਹੇ, ਉਹ ਵਿਘਨ ਪਾ ਰਹੇ ਹੈ। ਉਹ ਜਿਹੜਾ ਉਹਨਾਂ ਨੇ ਆਪਣਾ ਕੰਮ ਚਲਾ ਰੱਖਿਆ ਸੀਗਾ, ਇੱਕ ਦਿਨ ਜਿਹੜਾ ਫਿਲਮ ਦਾ ਖਰਾਬ ਹੋ ਰਿਹਾ ਸੀਗਾ, ਉਹਦੇ 'ਚੋਂ ਪੈਸਾ ਉਹਨਾਂ ਨੂੰ ਜਿਹੜਾ ਜਾਣਾ ਸੀ ਉਹ ਖਰਾਬ ਹੋ ਰਿਹਾ ਸੀ। ਉਹ ਜਿਹੜੇ ਆਰਡਰ ਦਿੱਤੇ ਹੈ ਇਸ ਆਦਮੀ ਨੇ ਇਸ ਕਰਕੇ ਦਿੱਤੇ ਹੈ ਕਿਉਂਕਿ ਅੱਜ ਦੇ ਦਿਨ ਸਰਦਾਰ ਸੁਖਬੀਰ ਸਿੰਘ ਜੀ ਇਨਸਾਨ, ਪਿਛਲਾ ਤੁਸੀਂ 1.5 ਸਾਲ ਕੱਢ ਕੇ ਦੇਖ ਲਓ ਤਾਂ ਖਾਸ ਕਰਕੇ ਜਿੱਦਣ 27 ਤਰੀਕ ਨੂੰ ਰਿਪੋਰਟ ਪੇਸ਼ ਹੋਈ ਹੈ ਉਸ ਦਿਨ ਦਾ 3 ਇਹਨਾਂ ਦੇ ਮੂਲ ਮੰਤਰ ਹੈ, ਇਹਨਾਂ ਨੇ ਲਿਆ, ਟੰਗ ਦੂੰਗਾ, ਲਟਕਾ ਦੂੰਗਾ, ਠੋਕ ਦੂੰਗਾ। ਇਹ ਇਹਨਾਂ ਦਾ ਵਿਜ਼ਨ ਹੈ, ਇਹ ਇਹਨਾਂ ਦਾ ਏਜੰਡਾ ਹੈ। ਇਹ ਏਜੰਡਾ ਇਹਨਾਂ ਨੇ ਉਸ ਦਿਨ ਰਾਤ ਨੂੰ 13-14 ਅਕਤੂਬਰ ਦੀ ਰਾਤ ਨੂੰ ਆਪਣੇ ਡੀਜੀਪੀ ਨੂੰ ਕਿਹਾ, ਉਹਨਾਂ ਨੂੰ ਠੋਕੋ, ਮੈਨੂੰ ਨਹੀਂ ਪਤਾ ਕਿਵੇਂ ਕਰੋਗੇ, ਜਿਹਦਾ ਨਤੀਜਾ ਹੈ ਇੱਥੇ ਲੋਕ ਹੋਏ ਕਿ ਕਿੰਨਾ ਹੀ ਭੱਜ ਲੈਣ ਸੁਖਬੀਰ ਜੀ, ਬਾਗ ਮਿਲਖਾ ਬਾਗ, ਜਵਾਬ ਦੇਣਾ ਪਊਗਾ। ਲੋਕ ਉਸ ਗੱਲ ਤੋਂ ਜਵਾਬ ਮੰਗਣਗੇ ਤੇ ਅਸੀਂ ਜਿਹੜਾ ਕੈਪਟਨ ਸਾਹਿਬ ਨੇ ਅਹਿਦ ਚੱਕਿਆ, ਜਿਹੜੇ ਇਸ ਜਿਨ੍ਹਾਂ ਨੇ ਆ ਕਾਂਡ ਕੀਤਾ ਉਹਨਾਂ ਲੋਕਾਂ ਤੇ ਜ਼ਿੰਮੇਵਾਰੀ ਬਣੂਗੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਤਸ਼ੱਦਦ ਲਈ ਉਹਨਾਂ ਨੂੰ ਲੋਕ ਕਦੇ ਵੀ ਮਾਫ ਨਹੀਂ ਕਰਨਗੇ। ਇਹੀ ਕਾਰਨ ਹੈ ਕਿ ਅਕਾਲੀ ਦਲ ਦੇ ਨੌਜਵਾਨਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਖੋ, ਧਰਮ ਦੇ ਮਸਲਿਆਂ 'ਚ ਮੈਂ ਦਖਲ ਨਹੀਂ ਦਿੰਦਾ, ਪਰ ਇੱਕ ਆਮ ਪੰਜਾਬੀ ਹੈ ਜਿਹੜਾ ਪੁੱਛਦਾ ਹੈ ਵੀ ਜਥੇਦਾਰ ਸਾਹਿਬ ਨੂੰ ਕਿਉਂ ਬਦਲਿਆ ਜਾਵੇ, ਸਿਰਫ ਇਸ ਕਰਕੇ ਕਿ ਉਹਨਾਂ ਨੇ ਡੇਰੇ ਵਾਲੇ ਮੁਖੀ ਨੂੰ ਮਾਫੀਨਾਮਾ ਦੇਤਾ। ਮੇਰਾ ਮੰਨਣਾ ਹੈ ਜੀ ਸਰਦਾਰ ਅਵਤਾਰ ਸਿੰਘ ਮੱਕੜ ਜਿਹੜੇ ਐਸਜੀਪੀਸੀ ਦੇ ਪ੍ਰਧਾਨ, ਉਹਨਾਂ ਦੇ ਬਿਆਨ ਹੈ ਵੀ ਸਾਡੇ ਤੋਂ ਆ ਦਵਾਏ ਗਏ ਆਰਡਰ, ਫਿਰ ਕਿਉਂ ਨਹੀਂ ਉਹਨਾਂ ਤੋਂ ਅਸਤੀਫਾ ਮੰਗਿਆ ਜਾਵੇ ਜਿਨ੍ਹਾਂ ਨੇ ਆਰਡਰ ਦਿੱਤੇ ਸੀ ਮਾਫੀਨਾਮੇ ਦੇ? ਲੋਕ ਪੁੱਛਣਗੇ, ਲੋਕਾਂ ਨੂੰ ਜਵਾਬ ਦੇਣਾ ਪਊਗਾ। ਸਰਦਾਰ ਸੁਖਬੀਰ ਸਿੰਘ ਜੀ ਇਨਸਾਨ ਨੂੰ ਕਿਉਂ ਆਰਡਰ ਇਹਨਾਂ ਨੇ ਕੀਤਾ, ਕਿਉਂ ਉਹਨਾਂ ਤੋਂ ਅਸਤੀਫਾ ਲਿਆ ਜਾਵੇ? ਅੱਜ ਮਾਸਟਰ ਤਾਰਾ ਸਿੰਘ ਜੀ ਦੀ ਗ੍ਰੈਂਡ ਡਾਟਰ ਜਿਹੜੀ ਪੋਤੀ ਹੈ ਬੀਬਾ ਕਿਰਨਜੋਤ ਕੌਰ ਨੇ ਆ ਜਿਹੜੀ ਗੱਲ ਕੀਤੀ ਹੈ ਵੀ ਜਿਹੜੇ ਬੰਦਿਆਂ ਨੇ ਧਰਮ ਵੇਚਿਆ ਪੈਸਾ ਕਰਕੇ, ਜਿਹੜਾ ਨੇ ਪੰਥ ਦਾ ਸੌਦਾ ਕਰ ਲਿਆ ਫਿਲਮ ਚਲਾਉਣ ਵਾਸਤੇ, ਉਹਨਾਂ ਲੋਕਾਂ ਨੂੰ
ਅਕਾਲੀ ਜਿਹੜੀ ਪੰਥਕ ਪਾਰਟੀ ਹੈ ਉਹਦੇ ਪ੍ਰਧਾਨ ਰਹਿਣ ਦਾ ਕੋਈ ਅਧਿਕਾਰ ਨਹੀਂ ਬਣਦਾ। ਮੈਂ ਸਮਝਦਾ ਵੀ ਸਰਦਾਰ ਢੀਂਡਸਾ ਸਾਹਿਬ ਨੂੰ, ਭੁੰਦੜ ਸਾਹਿਬ ਨੂੰ, ਬ੍ਰਹਮਪੁਰਾ ਸਾਹਿਬ ਨੂੰ, ਜਿੰਨੇ ਵੀ ਇਸ ਦੇ ਆਗੂ ਹੈ, ਇਹਨਾਂ ਸਾਰਿਆਂ ਨੂੰ ਕਰੜੇ ਹੋ ਕੇ ਆਹ ਕਦਮ ਲੈਣਾ ਪਊਗਾ ਤੇ ਪੰਜਾਬ ਦੀ ਅਮਨ ਸ਼ਾਂਤੀ ਬਣਾਏ ਰੱਖਣ ਵਾਸਤੇ ਉਹਨਾਂ ਨੂੰ ਆਪਣਾ ਸਹਿਯੋਗ ਪਾਉਣਾ ਪਊਗਾ। ਪਰ ਮੈਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਤਰਫ ਤੋਂ ਆਸ਼ਵਾਸਨ ਦਿਵਾਉਣਾ ਚਾਹੁੰਦੇ ਆ ਵੀ ਜਿਨ੍ਹਾਂ ਨੇ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਇਹ ਜੀ ਗੰਦੀ ਤੇ ਘਟੀਆ ਸਾਜ਼ਿਸ਼ ਰਚੀ ਹੈ, ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਬੜੀ ਸ਼ੀਘਰ ਹੀ ਦਵਾਈ ਜਾਊਗੀ। ਥੈਂਕ ਯੂ। ਸਿੱਟ ਕਦੋਂ ਬਣੇਗਾ? ਸਿੱਟ ਬੜਾ ਛੇਤ ਨਾ ਕੱਲੀ ਸਿੱਟ ਨੂੰ ਛੱਡੋ, ਤੁਸੀਂ ਅੰਬ ਖਾਣ ਦੀ ਗੱਲ ਕਰੋ, ਗੁਟਲੀਆਂ ਕਿਉਂ ਪੇੜ ਕਿਉਂ ਬਣੀਆਂ ਨੇ, ਉਹਨਾਂ ਸਿੱਟ ਵੀ ਬਣੂਗੀ, ਸਜ਼ਾ ਵੀ ਹੋਊਗੀ। ਆਉਣ ਵਾਲੇ ਦਿਨਾਂ 'ਚ ਹੌਸਲਾ ਰੱਖੋ। ਲੋਕ ਕਹਿੰਦੇ ਸੀ ਕਮਿਸ਼ਨ ਬਣਿਆ, ਰਿਪੋਰਟ ਆਣੀ ਨਹੀਂ, ਰਿਪੋਰਟ ਵੀ ਆ ਗਈ, ਜਨਤਕ ਵੀ ਹੋ ਗਈ ਤੇ ਹੁਣ ਅਗਲਾ ਕਦਮ ਜਿਹੜਾ ਲੋਕਾਂ ਨੇ ਅੱਜ ਉੱਥੇ ਜਕਾਰੇ ਲਾ ਕੇ ਜਿਹੜੀ ਮੰਗ ਕੀਤੀ ਹੈ ਵੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਅੰਦਰ ਕਰੋ, ਉਹ ਵੀ ਅੰਦਰ ਬੜੇ ਛੇਤੀ ਹੋਣਗੇ। ਪਰ ਜੇ ਗੱਲ ਕੀਤੀ ਜਾਵੇ ਤਾਂ ਬਾਦਲ ਸਾਹਿਬ ਦਾ ਨਾਮ ਸਾਹਮਣੇ ਆ ਰਿਹਾ, ਪਰ ਉਹਨਾਂ ਦੇ ਵਾਸਤੇ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ। ਸੁਖਬੀਰ ਬਾਦਲ ਕਹਿੰਦੇ ਆ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਚ ਬਾਦਲ ਸਾਹਿਬ ਦਾ ਨਾਂ ਹੀ ਨਹੀਂਗਾ। ਫਿਰ ਪਾੜ ਕਿਉਂ ਰਹੇ ਹੈ? ਫਿਰ ਦੇਖੋ ਅਕਾਲੀਆਂ ਨੂੰ ਫੈਸਲਾ ਕਰਨਾ ਪਊਗਾ ਵੀ ਜੇ ਉਹਨਾਂ ਦਾ ਨਾਂ ਹੀ ਹੈ ਨਹੀਂ ਫਿਰ ਉਹਨੂੰ ਕਿਉਂ ਪਾੜੀ ਜਾਂਦੇ? ਫਿਰ ਕਹਿੰਦੇ ਹਨ ਰਿਜੈਕਟ ਕਰਤੀ, ਉਹਨਾਂ ਦਾ ਮਤਲਬ ਮੰਨਦੇ ਵੀ ਅਸੀਂ ਦੋਸ਼ੀ ਹਾਂ। ਬੌਂਦਲੇ ਫਿਰਦੇ ਸਨ, ਬੋਖਲਾਹਟ ਕਹਿ ਲਓ, ਪੰਜਾਬੀ 'ਚ ਵਰਡ ਬੜਾ ਸਿੰਬਲ ਹੈ, ਬੌਂਦਲੇ ਫਿਰਦੇ ਹੈ। ਜਿਸ ਕਿਸਮ ਦੇ ਮੈਂ ਠੋਕ ਦੂੰਗਾ, ਮੈਂ ਟੰਗ ਦੂੰਗਾ, ਮੈਂ ਅੰਦਰ ਕਰ ਦੂੰਗਾ। ਦੇਖੋ ਕਾਨੂੰਨ ਦੀ ਕਚਹਿਰੀ ਦੇ ਅੰਦਰ ਸਾਰੇ ਇੱਕ ਵਰਗੇ ਹੈ। ਰੱਸੀ ਜਲ ਗਈ, ਬਲ ਨਹੀਂ ਗਿਆ। ਇੱਥੇ ਜਿਹੜੀ ਉਹ ਪੁਰਾਣਾ ਰਾਜ ਵਾਲਾ ਜਿਹੜੀ ਆ ਗਈ ਨਹੀਂ ਧੌਂਸ ਲੋਕਾਂ ਨੇ ਇਹਨਾਂ ਨੂੰ। ਜੋ ਅੱਜ ਇੱਥੇ ਹੋਇਆ ਮੰਦਭਾਗਾ ਹੋਇਆ, ਜੋ ਯੂਬਾ ਸਿਟੀ 'ਚ ਹੋਇਆ ਮੰਦਭਾਗਾ ਹੋਇਆ, ਜੋ ਨਿਊਯਾਰਕ 'ਚ ਹੋਇਆ ਮੰਦਭਾਗਾ ਹੋਇਆ। ਤਰਨਤਾਰਨ ਗਏ ਸੀ ਮੱਥਾ ਟੇਕਣ, ਮੈਂ ਉਹਨਾਂ ਜਿਹੜੇ ਸਤਿਕਾਰ ਕਮੇਟੀ ਜਿਹੜੇ ਉੱਥੇ ਸਤਿਕਾਰ ਲਈ ਖੜੇ ਸੀ, ਮੈਂ ਉਹਦੇ ਪੱਖ 'ਚ ਨਹੀਂ। ਪਰ ਐਡਾ ਅਹੰਕਾਰ ਵੀ ਮਾੜਾ ਹੈ ਸਰਦਾਰ ਸੁਖਬੀਰ ਸਿੰਘ ਜੀ ਇਨਸਾਂ ਵਾਸਤੇ ਵੀ ਲੋਕਾਂ ਨੂੰ ਜਿਹੜਾ ਗੁੱਸਾ ਹੈ ਮਾਫੀ ਮੰਗ ਕੇ ਤਾਂ ਲੋਕ ਬਖਸ਼ ਦੇਣਗੇ, ਇਸ ਤਰ੍ਹਾਂ ਬਖਸ਼ੇ ਨਹੀਂ ਜਾ ਸਕਦੇ। ਬੇਅਦਬੀ ਦੇ ਵਿੱਚ ਤੁਸੀਂ ਉਹਨਾਂ ਨੂੰ ਇਨਵੋਲਵਮੈਂਟ ਮੰਨਦੇ ਹੋ ਕਿ ਉਸ ਦੀ ਗੋਲੀकांड 'ਚ ਮੰਨਦੇ ਹੋ? ਕਿਸ ਚੀਜ਼ ਮੰਨਦੇ ਹੋ? ਮੇਰਾ ਦੇਖੋ, ਮੇਰਾ ਮੰਨਣਾ ਹੈ ਜਦੋਂ 1 ਜੂਨ 2015 'ਚ ਪਹਿਲਾਂ ਜਦੋਂ ਸਵਰੂਪ ਚੋਰੀ ਹੋਇਆ ਪਾਵਨ ਗੁਰੂ ਗ੍ਰੰਥ ਸਾਹਿਬ ਦਾ, ਉਸ ਇਨਕੁਆਇਰੀ ਨੂੰ ਰੋਕਣ ਦੇ ਵਿੱਚ ਉਸ ਟਾਈਮ ਦੇ ਹੋਮ ਮਿਨਿਸਟਰ ਦੇ ਤੌਰ ਤੇ ਸਰਦਾਰ ਸੁਖਬੀਰ ਸਿੰਘ ਇਨਸਾਨ ਜੀ ਦਾ ਹੱਥ ਸੀਗਾ। ਕਿਸੇ ਨੂੰ ਦੇਖੋ, ਇਹਨਾਂ ਬੱਚਿਆਂ ਨੂੰ ਪੁੱਛੋ, ਇਹਨਾਂ ਨੂੰ ਇੰਟਰੋਗੇਟ ਕੀਤਾ ਗਿਆ। ਉੱਥੇ ਜਾ ਕੇ ਪਿੰਡ ਦੇ ਅੰਦਰ ਬੁਰਜ ਜਵਾਰ ਸਿੰਘ ਵਾਲਾ 'ਚ ਕਿਸੇ ਨੇ ਜਾ ਕੇ ਇਨਕੁਆਇਰੀ ਨਹੀਂ ਕੀਤੀ। 1.5 ਮਹੀਨੇ ਤੋਂ SIT ਬਣੀ ਪਰ ਕਿਸੇ ਨੇ ਜਾ ਕੇ ਇਨਕੁਆਇਰੀ ਨਹੀਂ ਕੀਤੀ, ਕਿਸੇ ਨੇ ਨਹੀਂ ਪੁੱਛਿਆ। ਫਿਲਮ ਦੇ ਪੋਸਟਰ ਪਾੜਨ ਦੇ ਤਾਂ ਪਰਚੇ ਹੋਏ ਹੈ, ਪਰੰਤੂ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਪਾੜਨ ਦੇ ਪਰਚੇ ਨਹੀਂ ਹੋਏ। ਇਹਨਾਂ ਨੂੰ ਗੁਰਸਿੱਖਾਂ ਨੂੰ ਫੜ ਕੇ ਦੇਖੋ, ਅੱਜ ਬਹੁਤ ਵੱਡੀ ਉੱਥੇ ਬੁਰਜ ਜਵਾਰ ਸਿੰਘ ਵਾਲੇ ਦੇ ਅੰਦਰ ਸੰਗਤ ਨੇ ਗੱਲ ਕੀਤੀ। ਉਹ ਕਹਿੰਦਾ ਸਾਡਾ ਆ ਨਹੀਂ ਕਹਿਣਾ ਵੀ ਤੁਸੀਂ ਕਿਸੇ ਗੁਰਸਿੰਘ ਨੂੰ ਪਕੜੋ ਜਾਂ ਕਿਸੇ ਪ੍ਰੇਮੀ ਨੂੰ ਪਕੜੋ ਜਾਂ ਕਿਸੇ ਫਲਾਣੀ ਜਾਤੀ ਦੇ ਬੰਦੇ ਨੂੰ ਪਕੜੋ, ਸਾਨੂੰ ਤਾਂ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਕੜ ਕੇ ਦਿਓ। ਲੋਕਾਂ ਦਾ ਦੋਸ਼ੀ ਸੀਗਾ, ਪਰ ਇਹਨਾਂ ਦੇ ਉੱਤੇ ਇੱਕ ਨੋਟਾਂ ਦਾ ਜਿਹੜਾ ਲੋਕ ਕਹਿੰਦੇ ਵੋਟਾਂ ਵਾਸਤੇ ਕੀਤਾ, ਮੈਂ ਕਹਿੰਦਾ ਸਰਦਾਰ ਸੁਖਬੀਰ ਸਿੰਘ ਜੀ ਇਨਸਾਨ ਨੇ ਨੋਟਾਂ ਵਾਸਤੇ ਕੀਤਾ। ਵੋਟਾਂ ਦੀ ਗੱਲ ਤਾਂ ਜੇ 1.5 ਸਾਲ ਲੱਗੇ ਪਈ ਸੀ ਉਹਨਾਂ ਨੂੰ, ਕਦੋਂ ਤੋਂ ਮੈਂ ਦੇਖ ਲੂੰਗਾ। ਨੋਟਾਂ ਵਾਸਤੇ ਕੀਤਾ, ਉਹ ਜਿਹੜਾ ਗੁੱਸਾ ਹੈ ਇਹਨਾਂ ਨੂੰ ਝੇਲਣਾ। ਟਕਸਾਲੀ ਅਕਾਲੀ ਹਜੇ ਤੱਕ ਚੁੱਪ ਸੀ, ਚਾਹੇ ਅਵਤਾਰ ਸਿੰਘ ਮੱਕੜ ਦੀ ਗੱਲ ਕਰ ਲਈਏ, ਸੁਖਬੀਰ ਸਿੰਘ ਢੀਂਡਸਾ, ਪਰ ਹੁਣ ਕੀ ਲੱਗਦਾ ਤੁਹਾਨੂੰ ਕਿ ਉਹਨਾਂ ਦੇ ਜ਼ਮੀਰ ਜਾਗੀ ਇਸ ਲਈ ਉਹ ਬੋਲਣ ਲੱਗ ਪਏ? ਦੇਖੋ, ਜਿਹੜੀ ਹੈ ਬਾੜ ਖੇਤ ਨੂੰ ਖਾਣ ਲੱਗੀ ਸਭ। ਇਹ ਲੋਕ ਆਪਣੇ ਆਪ ਨੂੰ ਪੰਥ ਰਤਨ, ਪੰਥ ਦੇ ਰਾਖੇ ਤੇ ਪੰਥਕ ਪਾਰਟੀ ਦੇ ਹੈੱਡ ਜਿਹੜੇ ਸੀਗੇ, ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ, ਮੈਨੂੰ ਸਮਝਦਾ ਹੈ ਢੀਂਡਸਾ ਸਾਹਿਬ ਚਾਹੇ ਭੁੰਦੜ ਸਾਹਿਬ ਚਾਹੇ ਅੱਜ ਕਿਰਨਜੀਤ ਕੌਰ ਜੀ ਦਾ ਬਿਆਨ ਆਇਆ ਹੈ, ਸਾਰਿਆਂ ਨੂੰ ਪਤਾ ਹੈ ਵੀ ਇਸ ਬਾੜ ਨੂੰ ਉਖਾੜਨਾ ਪਊਗਾ ਜਿਹੜੀ ਬਾੜ ਖੇਤ ਨੂੰ ਖਾਣ ਲੱਗੀ। ਆ ਇੱਕ ਫਾਈਨਲ ਨਤੀਜਾ ਹੈ ਜਿਹੜਾ ਬੇਅਦਬੀ ਹੋਈ ਉਸ 'ਚ ਬਿਲਕੁਲ ਸਾਰੇ ਨੂੰ ਸਾਰੇ ਸੁਖਬੀਰ ਬਾਦਲ ਲਗਾਤਾਰ ਤੁਹਾਡੇ ਖਿਲਾਫ ਬਿਆਨ ਦੇ ਰਹੇ, ਹੁਣ ਵੀ ਉਹ ਲਲਕਾਰ ਦੇ ਰਹੇ ਕਿ ਉਹਨਾਂ ਦੇ ਏਰੀਆ ਵਿੱਚ ਆ ਕੇ ਉਹ ਚੋਣ ਲੜਨਗੇ। ਤੁਹਾਡਾ ਉਹਦੇ ਬਾਰੇ ਕੀ ਕਹਿਣਾ? ਰੈਲੀ ਵੀ ਕਰ ਰਹੇ ਆ, ਉਹਦੇ ਬਾਰੇ ਇਹ ਕਿਉਂ ਕਹਿਣ? ਮੈਂ ਕਹੂੰਗਾ, ਮੇਰਾ ਇੰਨਾ ਕਹਿਣਾ ਹੈ, ਸੁਖਬੀਰ ਜੀ ਜਵਾਬ ਦਿਓ, ਤੁਸੀਂ ਇਲੈਕਸ਼ਨ ਕਿਦੋਂ ਲੜੋ? ਸੁਨੀਲ ਨੂੰ ਚੰਗਾ ਮਾੜਾ ਆਖੋ, ਘੱਟੋ ਘੱਟ ਉਹਨਾਂ ਨੂੰ ਚਾਹੀਦਾ ਹੈ ਕਿ ਜਾ ਕੇ ਇਸ ਗੱਲ ਦਾ ਜਵਾਬ ਦੇਣ ਕਿ ਗੋਲੀ ਚਲਾਉਣ ਦੇ ਆਦੇਸ਼ ਕਿਹਨੇ ਦਿੱਤੇ DGP ਨੂੰ, ਉਹਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਦੇਣ। ਵੱਡੇ ਬਾਦਲ ਸਾਹਿਬ ਤੇ ਨਾ ਸਿੱਟਣ ਉਹਨਾਂ ਦਾ। ਮੇਰਾ ਤਾਂ ਇੰਨਾ ਹੀ ਉਹਨਾਂ ਤੋਂ ਇੱਕ ਸਵਾਲ ਹੈ। ਉਧਰ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੀ ਸਰਕਾਰ ਸਮੇਂ ਵਾਪਰੇ ਬੇਅਦਬੀ ਕਾਂਡ ਦੀ ਘੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਇਸ ਘਟਨਾ ਲਈ ਕਦੇ ਵੀ ਮਾਫ ਨਹੀਂ ਕਰਨਗੇ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਗਿਆ ਚੋਣ ਵਾਅਦਾ ਪੂਰਾ ਕੀਤਾ ਗਿਆ। ਬੇਅਦਬੀ ਕਾਂਡ ਅਤੇ ਗੋਲੀ ਕਾਂਡ ਨਾਲ ਸੰਬੰਧਿਤ ਦੋਸ਼ੀਆਂ ਨੂੰ ਹਰ ਹਾਲ ਵਿੱਚ ਸਜ਼ਾ ਮਿਲ ਕੇ ਰਹੇਗੀ। ਵੇਖੋ, ਇੱਕ ਹੁੰਦੀ ਹੈ ਲੋਕਾਂ ਦੀ ਕਚਹਿਰੀ, ਲੋਕਾਂ ਦੀ ਕਚਹਿਰੀ ਚੋਂ ਇਹ ਭਗੌੜੇ ਹੈ। ਮੈਂ ਉਹਨੂੰ ਵੀ ਕਿਹਾ ਸੀ, ਅੱਜ ਵੀ ਕਹਿਣਾ, ਇਹਨੂੰ ਚੈਲੰਜ ਕਰਕੇ ਕਿਹਾ ਸੀਗਾ ਵੀ ਭੱਜੀ ਨਾ,
ਲੋਕਾਂ ਦੀ ਕਚਹਿਰੀ ਸਭ ਤੋਂ ਵੱਡੀ ਵਿਧਾਨ ਸਭਾ ਉੱਥੋਂ ਭੱਜੇ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਅੱਡੀਆਂ ਨੂੰ ਤੁੱਕ ਲਾ ਕੇ ਹਉਮੈ 'ਚ ਭਰਿਆ ਇੱਥੇ ਆਇਆ ਤੇ ਲੋਕਾਂ ਨੇ ਭਜਾਇਆ। ਲੋਕਤੰਤਰ 'ਚ ਆਵਾਜ਼ੇ ਖਲਕ ਨਗਾੜਾ ਖੁਦਾ, ਜਨਤਾ ਦੀ ਆਵਾਜ਼ 'ਚ ਪਰਮਾਤਮਾ ਦੀ ਆਵਾਜ਼ ਹੈ। ਤੇ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਰਿਹਾ, ਇਹ ਮੁੱਦਾ ਮੈਂ ਕੀ ਭਾ ਨਾਲ ਵੀ ਗੱਲ ਕਰ ਰਿਹਾ, ਜਾਖੜ ਸਾਹਿਬ ਨਾਲ ਵੀ ਗੱਲ, ਇਹ ਸ਼ੇਰ ਦੀ ਸਵਾਰੀ ਵਾਲਾ ਕੰਮ ਹੈ ਜਾਂ ਇਹ ਹੈ ਨਹੀਂ ਅਸੀਂ ਹੈ ਨਹੀਂ। ਜੇ ਅਸੀਂ ਐਕਸ਼ਨ ਨਾ ਲਿਆ ਤੇ ਫਿਰ ਅਸੀਂ ਕਾਹਦੇ ਹੋਏ ਗੁਰੂ ਦੇ ਸਿੱਖ? ਜਿਨ੍ਹਾਂ ਲੋਕਾਂ ਨੇ ਗੁਰੂ ਦੀ ਬੇਅਦਬੀ ਕੀਤੀ, ਸਾਡੀ ਕੌਮ ਦਾ ਸਭ ਤੋਂ ਵੱਡਾ ਘਾਣ ਕੀਤਾ, ਜਿਨ੍ਹਾਂ ਨੇ ਪੋਲਰਾਈਜੇਸ਼ਨ ਦੇ ਲਈ, ਵੋਟਾਂ ਲੈਣ ਦੇ ਲਈ ਅਕਾਲ ਤਖਤ ਦਾ ਹੁਕਮ ਨਹੀਂ ਮੰਨਿਆ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੇ ਘਰੇ ਬੁਲਾ ਕੇ ਕਿਹਾ ਵੀ ਮਾਫੀ ਦੇ ਕਿਉਂਕਿ ਮੈਨੂੰ 100 ਕਰੋੜ ਰੁਪਏ ਚਾਹੀਦੇ ਆ। ਮਿੱਤਰ ਪਿਆਰੇ, ਇੱਕ ਗੱਲ ਨੂੰ ਸੁਣ ਲੈ, ਕਮਿਸ਼ਨ ਦੀ ਗੱਲ ਨਹੀਂ, ਮੈਂ ਇੱਕ ਸੈਕਸ਼ਨ ਕੋਟ ਕਰ ਰਿਹਾ ਤੁਹਾਨੂੰ, ਆਹ ਦੇਖ ਲਓ, ਫਿਰ ਬਾਅਦ ਚ ਨਾ ਕਹੀਓ ਵੀ ਮੈਂ ਵਿੱਚੋਂ ਕੋਟ ਨਹੀਂ ਕੀਤਾ, ਇਹ ਤੁਹਾਨੂੰ ਐਂ ਟਿਕਾ ਕੇ ਸੁਣਾ ਦਿੰਦਾ ਮੈਂ, ਦੇਖ ਲਓ। ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਧਾਰਾ ਹੈਗੀ ਹੈ 154 ਇਹ CRPC ਦੀ। ਇਹ ਕਹਿੰਦੀ ਹੈ ਵੀ ਰਜਿਸਟ੍ਰੇਸ਼ਨ ਆਫ FIR ਇਜ਼ ਮੈਂਡੇਟਰੀ। ਰਜਿਸਟ੍ਰੇਸ਼ਨ FIR ਦੀ ਮੈਂਡੇਟਰੀ ਹੈ ਇਹ 154 ਦੇ। ਇਫ ਦੀ ਇਨਫੋਰਮੇਸ਼ਨ ਡਿਸਕਲੋਜ਼ਸ ਕਮਿਸ਼ਨ ਆਫ ਅ ਕੋਗਨਾਈਜ਼ੇਬਲ ਅਫੈਂਸ। ਇਹਦੇ 'ਚ ਕੋਈ ਪ੍ਰੀਲਿਮਿਨਰੀ ਇਨਕੁਆਇਰੀ ਦੀ ਲੋੜ ਨਹੀਂ, ਫੜ ਕੇ ਇਹਨਾਂ ਨੂੰ ਠਾਹ ਦੇਣੇ ਅੰਦਰ ਦਈਏ, ਪਰਚਾ ਦਈਏ ਇਹਨਾਂ ਦੇ ਉੱਤੇ, ਔਰ ਇਹੀ ਲੋਕ ਸਾਡੇ ਤੋਂ ਐਕਸਪੈਕਟ ਕਰਦੇ ਆ। ਹੁਣ ਗੱਲ ਆ ਗਈ ਡੇਰਾ ਸਾਹਿਬ ਵਾਲੀ ਗੱਲ। ਮੈਨੂੰ ਇੱਕ ਗੱਲ ਦੱਸੋ, ਮੈਂ ਟਿਕਾ ਕੇ ਗੱਲ ਕਰਦਾ ਹਾਂ। 1900 ਜਦੋਂ ਇਹਨਾਂ ਦੀ ਸਰਕਾਰ ਆਈ 1907 ਦੇ ਵਿੱਚ, ਉਹਨਾਂ ਨੇ 2007 ਦੇ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੱਪੜੇ ਪਾ ਕੇ ਨਕਲ ਲਾਈ, ਪਰਚਾ ਪਿਆ ਕਿ ਨਹੀਂ ਪਰਚਾ ਪਿਆ, FIR ਰਜਿਸਟਰ ਹੋਈ। ਤੁਸੀਂ ਮੈਨੂੰ ਇਹ ਦੱਸੇ ਸੁਖਬੀਰ ਸਿੰਘ ਬਾਦਲ ਵੀ ਇਹਨੇ 5 ਸਾਲ ਕੀ ਕੀਤਾ? 2012 ਦੇ ਵਿੱਚ 3 ਦਿਨ ਪਹਿਲਾਂ ਜਦੋਂ ਦੂਸਰਾ ਇਲੈਕਸ਼ਨ ਹੋਣਾ ਸੀ, 3 ਦਿਨ ਪਹਿਲਾਂ ਉਹਦੀ ਵਾਪਸੀ ਦੇ ਲਈ ਮੰਗ ਕੀਤੀ ਪੰਜਾਬ ਪੁਲਿਸ ਨੇ, ਕੈਂਸਲੇਸ਼ਨ ਲਈ, ਉਹਦੀ ਕੈਂਸਲੇਸ਼ਨ ਦੀ ਮੰਗ ਕੀਤੀ। ਜਿਹੜਾ ਗਵਾਹ ਸੀ, ਪੁਲਿਸ ਨੇ ਕਿਹਾ ਜੀ ਇਹ ਗਵਾਹ ਉੱਥੇ ਕਾਂਗਰੀਗੇਸ਼ਨ 'ਚ ਹੈ ਹੀ ਨਹੀਂ ਸੀ, ਗਵਾਹ ਕਹਿੰਦਾ ਮੈਂ ਸੀ। ਸਮਝੋ ਮੇਰੀ ਗੱਲ, ਕੋਈ ਚਾਰਜ ਸ਼ੀਟ 2007 ਤੋਂ ਲੈ ਕੇ 2014 ਤੱਕ ਇੱਕ ਵੀ ਚਾਰਜ ਸ਼ੀਟ ਇਹਨਾਂ ਨੇ ਉਹਦੇ ਖਿਲਾਫ ਨਹੀਂ ਲਾਈ। ਤੇ ਜਿਹਨੂੰ ਪੰਥ 'ਚੋਂ ਛੇਕਿਆ ਗਿਆ, ਜਿਹਨੂੰ ਪੰਥ 'ਚੋਂ ਤਨਖਾਹੀਆ ਡਿਕਲੇਅਰ ਕੀਤਾ ਗਿਆ, ਉਹਦੇ ਗੋਡਿਆਂ 'ਚ ਬਹਿ ਕੇ ਵੋਟਾਂ ਮੰਗਣ। ਇਹ ਗੋਡਿਆਂ 'ਚ ਬਹਿ ਕੇ ਕਹੇ ਸਰਦਾਰ ਬਾਦਲ ਵੀ ਗੋਡਿਆਂ 'ਚ ਨਹੀਂ ਬੈਠਿਆ, ਕਹੇ ਸਰਦਾਰ ਬਾਦਲ ਵੀ ਉਹ ਜਾ ਕੇ ਡੇਰਾ ਸਾਹਿਬ ਤੋਂ ਵੋਟਾਂ ਮੰਗਣ ਦੇ ਲਈ, ਉਹਨੇ ਵੋਟਾਂ ਦੀ ਪੋਲਰਾਈਜੇਸ਼ਨ ਦੇ ਲਈ ਸਮਝੌਤਾ ਨਹੀਂ ਕੀਤਾ। ਤੇ ਕੀ ਕਹਿੰਦਾ ਹੈ ਕਿ ਵੰਡਣ ਦੀ ਗੱਲ ਕਰ ਰਿਹਾ? ਕੋਈ ਵੰਡਣ ਦੀ ਗੱਲ ਨਹੀਂ ਕਰ ਰਿਹਾ। ਇੱਥੇ ਸਾਰੇ ਅਸੀਂ ਇੱਕ ਹਾਂ। ਇਹ ਤੇ ਸਿੱਖ ਕੌਮ ਤੇਰੇ ਮਗਰ ਪਈ ਹੋਈ ਹੈ। ਸਰਦਾਰ ਸੁਖਬੀਰ ਸਿੰਘ ਬਾਦਲ, ਵਿਰੋਧ ਦੇਖ ਤੇਰਾ ਕੌਣ ਕਰ ਰਿਹਾ? ਤੂੰ ਕਿਤੇ ਇਹ ਨਾ ਸੋਚੀ ਵੀ ਕੋਈ ਵਿਰੋਧ ਕਿਤੋਂ ਕੋਈ ਹਿੰਦੂ ਤੋਂ ਕਰ ਰਿਹਾ, ਕੋਈ ਸਾਰਾ ਪੰਜਾਬ ਤੁਹਾਡੇ ਆਪਣੇ ਮੱਕੜ ਸਾਹਿਬ, ਭੌਰ ਸਾਹਿਬ, ਹੈਂ ਬੀਬੀ ਕਿਰਨਜੋਤ ਕੌਰ, ਹਜੇ ਤੇ ਸ਼ੁਰੂਆਤ ਹੋਈ ਹੈ ਤੇ ਤੁਹਾਡੇ ਛੇਤਰ ਅਸੀਂ ਤਾਂ ਨਹੀਂ ਮਾਰੇ, ਅਮਰੀਕਾ ਤੱਕ ਵੱਜੀ ਜਾਂਦੇ ਆ। ਤੋਤਾ ਸਿੰਘ ਜੀ, ਸਰਦਾਰ ਸੁਖਦੇਵ ਸਿੰਘ ਢੀਂਡਸਾ, ਉਹ ਕਹਿੰਦਾ ਅਕਾਲ ਤਖਤ ਦੇ ਜਥੇਦਾਰ ਨੂੰ। ਮੈਨੂੰ ਇੱਕ ਗੱਲ ਦੱਸਣ ਵੀ ਇਹ ਅਕਾਲ ਤਖਤ ਤੋਂ ਵੀ ਉੱਚੇ ਨੇ, ਇਹਨਾਂ ਦੇ ਲਿਫਾਫਿਆਂ 'ਚੋਂ ਅਕਾਲ ਤਖਤ ਦੇ ਜਥੇਦਾਰ ਨਿਕਲਣਗੇ, ਇਹ ਅਕਾਲ ਤਖਤ ਦੇ ਜਥੇਦਾਰ ਨੂੰ ਘਰੇ ਸਮਨ ਕਰਨਗੇ। ਮੈਨੂੰ ਇੱਕ ਗੱਲ ਦੱਸ ਕਾਕਾ, ਤੈਨੂੰ ਮੈਂ ਜਵਾਬ ਦੇ ਰਿਹਾ, ਘਰੇ ਸਮਨ ਕਰਨਗੇ ਅਕਾਲ ਤਖਤ ਦੇ ਜਥੇਦਾਰ ਨੂੰ, ਉਹਨੂੰ ਕਹਿਣਗੇ ਮਾਫੀ ਦਿਓ। ਇਸ ਹਾਲਾਤ ਦੇ ਵਿੱਚ ਕੌਮ ਨੂੰ ਲੈ ਕੇ ਆਉਣਗੇ। ਇਹਨਾਂ ਨੂੰ ਲੋਕਾਂ ਨੇ ਨਹੀਂ ਨਿਕਲਣ ਦੇਣਾ। ਮੇਰੀ ਗੱਲ ਨੂੰ ਯਾਦ ਰੱਖਿਓ, ਇਹਨਾਂ ਨੂੰ ਲੋਕਾਂ ਨੇ ਨਿਕਲ। ਔਰ ਸਰਦਾਰ ਬਾਦਲ ਦੀ ਗੱਲ, ਤੁਸੀਂ ਕਹਿੰਦੇ ਇੱਕ ਮਿੰਟ, ਸਰਦਾਰ ਬਾਦਲ ਦੀ ਗੱਲ ਔਰ ਹੋਮ ਮਿਨਿਸਟਰ ਦੀ ਗੱਲ। ਸਰਦਾਰ ਬਾਦਲ ਫੋਨ ਕਰਦਾ ਹੈ ਰਾਤ ਨੂੰ DGP ਨੂੰ, ਔਰ DGP ਦਾ ਬਿਆਨ ਸਭ ਤੋਂ ਕਰੂਸ਼ਲ ਹੈ ਇਸ ਕਮਿਸ਼ਨ ਦੀ ਰਿਪੋਰਟ ਦੇ ਵਿੱਚ। ਸਰਦਾਰ ਬਾਦਲ ਫੋਨ ਕਰਦਾ ਉਹਨੂੰ 2 ਵਜੇ, ਉਹ ਰਿਕਾਰਡ ਦੇ ਉੱਤੇ ਕਹਿੰਦਾ ਮੈਨੂੰ 2 ਫੋਨ ਆਏ। ਮਨਤਾਰ ਬਰਾੜ ਨਾਲ ਸਰਦਾਰ ਬਾਦਲ ਦੀ ਗੱਲ ਹੋ ਰਹੀ ਹੈ ਔਰ ਗਗਨ ਬਰਾੜ ਸਰਦਾਰ ਬਾਦਲ ਦੇ ਘਰੇ ਜਾਂਦਾ। ਗਗਨ ਬਰਾੜ ਦੇ ਫੋਨ ਤੋਂ ਉਹ ਮਨਤਾਰ ਬਰਾੜ ਨੂੰ ਕਹਿੰਦਾ ਹੁਣ ਤੁਸੀਂ DGP ਨਾਲ ਗੱਲ ਕਰੋ ਜੀ। ਤੇ ਜਦੋਂ ਉਦੋਂ DGP ਨਾਲ ਗੱਲ ਕਰਦੇ ਤੇ DGP ਕਹਿੰਦਾ ਤੈਨੂੰ 10 ਮਿੰਟਾਂ 'ਚ ਸ਼ਹਿਰ ਖਾਲੀ ਕਰਾ ਕੇ ਦਊਂਗਾ, ਕੁੰਜੀਆਂ ਤੁਹਾਡੇ ਹੱਥ 'ਚ ਫੜਾ ਦੂੰਗਾ। ਇਹ ਜਿਹਾ ਕੀ ਹੋ ਗਿਆ ਮਹਾਰਾਜ? ਵਿਆਨਾ ਕਾਂਡ ਹੋਇਆ ਸੀ, ਜਦੋਂ ਵਿਆਨਾ ਕਾਂਡ ਦੇ ਵਿੱਚ DIG, SSP, IG ਗੱਡੀਆਂ ਛੱਡ ਕੇ ਦੌੜ ਗਏ ਸੀ, ਰੋੜੇ ਵੱਜੇ, ਗੱਡੀਆਂ ਟੁੱਟੀਆਂ, ਲੇਕਿਨ ਕਿਸੇ ਨੇ ਗੋਲੀ ਨਹੀਂ ਚਲਾਈ। ਜਲੰਧਰ ਤੇ ਇੱਥੇ ਕੀ ਹੋ ਗਿਆ ਭਾਈ ਵੀ ਰਾਤ ਨੂੰ ਘੁਸਰ ਹੋਈ, ਸੁੰਬੜੀ ਮੇ ਗੁੰਬੜੀ ਹੋਈ ਹੈ ਤੇ ਗੋਲੀਆਂ ਚੱਲ ਗਈਆਂ ਬੈਠਿਆਂ ਦੇ ਉੱਤੇ। ਜ਼ੋਰਾ ਸਿੰਘ ਕਮਿਸ਼ਨ ਕਹਿੰਦਾ, ਅਸੀਂ ਨਹੀਂ ਕਹਿੰਦੇ, ਜ਼ੋਰਾ ਸਿੰਘ ਕਮਿਸ਼ਨ ਕਹਿੰਦਾ ਕਿ ਇਨ ਦੀ ਸਿਟਿੰਗ ਪੋਸਚਰ ਬੁਲੇਟਸ ਵਰ ਫਾਇਰਡ ਐਟ them। ਤੇ ਇਹਨੂੰ ਇਹ ਪੁੱਛੋ ਵੀ ਜਦੋਂ ਤੇਰੀ ਸਰਕਾਰ ਸੀ, 1.5 ਸਾਲ ਸੀ, ਜ਼ੋਰਾ ਸਿੰਘ ਕਮਿਸ਼ਨ ਸੀ, ਤੂੰ ਕੀ ਐਕਸ਼ਨ ਲਿੱਤਾ? ਤੂੰ ਇਹਨਾਂ ਮਜ਼ਲੂਮਾਂ ਦੇ ਘਰੇ ਗਿਆ ਜਿਨ੍ਹਾਂ ਤੇ ਤਸ਼ੱਦਦ ਕੀਤੀ?
ਆ ਸਰਪੰਚ ਖੜੋਤਾ ਪਿੱਛੇ ਨਾਲ ਦੇਖ ਲਓ, ਨਾਲ ਉਹ ਗੋਰਾ ਸਿੰਘ, ਉਹਨੂੰ ਕਹਿੰਦੇ ਤੂੰ 40 ਲੱਖ ਲੈ ਲੈ, ਉਹਦਾ ਨਾਮ ਲੈ ਲੈ ਭਾਈ ਦਾ, ਕੀ ਨਾਂ ਸੀ ਭਾਈ ਜੀ ਪੰਥਪ੍ਰੀਤ ਦਾ ਨਾਮ ਲੈ, ਕਹਿੰਦਾ ਆ ਸਰਪੰਚ ਖੜੋਤਾ ਕਹਿੰਦਾ 40 ਲੱਖ ਲੈ, ਪੰਥਪ੍ਰੀਤ ਦਾ ਨਾਮ ਲੈ। ਤੇ ਇਹਨਾਂ ਛੋਟਿਆਂ ਨੂੰ ਮੈਂ ਕਹਿੰਦਾ ਲੱਤਾਂ ਪਾੜੀਆਂ, ਤਸ਼ੱਦਦਾਂ ਕੀਤੀਆਂ ਕਿ ਇਸ ਫਲਾਣੇ ਬੰਦੇ ਦਾ ਨਾਮ ਲਓ। ਇਹ ਮਸੰਦਾਂ ਨੇ ਸਾਡੀ ਸਿੱਖ ਕੌਮ ਚਲਾਉਣੀ ਹੈ? ਮੈਨੂੰ ਐ ਦੱਸੋ, ਇਹ ਪਾਪੀ ਨਹੀਂ, ਇਹ ਦੋਸ਼ੀ ਨਹੀਂ? ਇਹ ਬਿਲਕੁਲ ਦੋਸ਼ੀ ਨੇ ਜਨਾਬ, ਔਰ ਇਹਨਾਂ ਨੂੰ ਸਜ਼ਾ ਅਸੀਂ ਦੇਵਾਂਗੇ। ਦੇਖੋ, ਜਾਂ ਟਾਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ, ਜਾਂ ਤੇ ਇਹ ਨਹੀਂ ਜਾਂ ਅਸੀਂ ਨਹੀਂ। ਜੇ ਇਹ ਅਸੀਂ ਛੱਡਤੇ ਨਾ ਤੇ ਫਿਰ ਇਹ ਜੋ ਰਿਵਰਸ ਹੋਣਾ ਨਾ, ਇਹ ਸਾਡੇ ਵੱਲ ਨੂੰ ਆਣਾ ਫਿਰ। ਔਰ ਇਸ ਕਰਕੇ ਮੈਂ ਕਹਿੰਦਾ ਬੰਦ ਹੋਣੇ ਚਾਹੀਦੇ ਆ। ਕਿਆ ਅੱਗੇ ਤੋਂ ਕੋਈ ਵੀ ਸਿਆਸੀ ਪਾਰਟੀ ਭਾਈ ਕਿਹੜੀ ਪੋਲਰਾਈਜੇਸ਼ਨ ਹੈ ਇਹ ਬੋਲਦਾ? ਤੇਰੇ ਵਾਲਿਆਂ ਕੋਲ ਜਾ ਕੇ ਜਿਹੜੇ ਵੋਟ ਮੰਗੇ ਜਾਂਦੇ ਆ, ਕਿਆ ਉਹ ਬੰਦ ਹੋਣੇ ਚਾਹੀਦੇ? ਬਾਕੀ ਵੀ ਮੇਰੀ ਇੱਕ ਗੱਲ ਨੂੰ ਸੁਣ ਯਾਰ, ਉਹ ਬਾਰ-ਬਾਰ ਆਪਾਂ ਦੁਹਰਾਈਏ ਨਾ। ਤੈਨੂੰ ਵੀ ਪਤਾ ਵੀ ਇਹ ਗੋਡਿਆਂ 'ਚ ਬੈਠੇ ਨੇ, ਤੈਨੂੰ ਵੀ ਪਤਾ ਇਹਨਾਂ ਨੇ 100 ਕਰੋੜ। ਮੈਂ ਇਹਨੂੰ ਪੁੱਛਦਾ ਵੀ ਦੱਸੋ ਸਰਦਾਰ ਬਾਦਲ 100 ਕਰੋੜ ਕਿੱਥੇ ਆ? ਉਹ 100 ਕਰੋੜ ਦੀਆਂ